सत श्री अकाल जी। मैं लवप्रीत कौर हाजरां जी नरिंदर कौर खटड़ा द्वारा लिखी गई कहानी लैके आओ आपां शुरू करते हाँ। की होया, कुछ बोल क्यों नहीं रही? हरवंश कुरे, दिलदार दी माँ अंबो काली पैंदी पुछ रही सी। की बोला अंबो, फिर कुड़ी होई आ? हरवंश ने इक्को सा बोल दिता। हाय नी, मैं किधर जावां नी, इन्हां चंदरियां ने तां मेरे पुत्त नूं जिउण जोगा नहीं छड्डिया। अंबो उच्ची उच्ची रो रही सी। अंबो दी नूंह नीतू ने इस वार चौथी कुड़ी नूं जन्म दिता सी। एक तो बाद एक होर कुड़ी जम्मना सिर्फ मुंडे दा लालच सी। दिलदार अंबो दा पुत्तर सी। ਉਹ ਵੀ ਆਪਣੇ ਘਰ ਪੋਤੇ ਨੂੰ ਹੱਸਦਾ ਖੇਡਦਾ ਦੇਖਣਾ ਚਾਹੁੰਦਾ ਸੀ। ਇਸ ਲਈ ਉਸ ਨੂੰ ਪੋਤੇ ਦੀ ਚਾਹ ਸੀ ਜਾਂ ਲਾਲਚ। ਪਰ ਇਸ ਲਾਲਚ ਵਿੱਚ ਜਿਸ ਦੀ ਜ਼ਿੰਦਗੀ ਬਰਬਾਦ ਹੋ ਰਹੀ ਸੀ ਉਹ ਸੀ ਨੀਤੂ। ਨੀਤੂ ਇੱਕ ਮਾਂ ਸੀ ਜਿਸ ਨੇ ਕਦੀ ਆਪਣੇ ਬੱਚਿਆਂ ਵਿੱਚ ਫਰਕ ਨਹੀਂ ਸੀ ਕੀਤਾ। ਨੀਤੂ ਨੇ ਹੁਣ ਤੱਕ ਆਪਣੀਆਂ ਤਿੰਨੋਂ ਕੁੜੀਆਂ ਨੂੰ ਬਹੁਤ ਹੀ ਪਿਆਰ ਨਾਲ ਪਾਲਿਆ ਸੀ। ਪਰ ਘਰ ਵਿੱਚ ਇੱਕ ਪੁੱਤਰ ਦੀ ਚਾਹ ਸੀ ਜੋ ਉਸ ਨੂੰ ਮਜਬੂਰ ਕਰਦੀ। ਉਸ ਦੇ ਵਿਆਹ ਨੂੰ 8 ਸਾਲ ਹੋਏ ਸਨ ਤੇ 4 ਕੁੜੀਆਂ ਦੀ ਮਾਂ ਬਣ ਚੁੱਕੀ ਸੀ। ਉਮਰ ਹੀ ਕੀ ਸੀ ਵਿਚਾਰੀ ਦੀ, 26-27 ਸਾਲ। ਇੰਨੀ ਛੋਟੀ ਉਮਰ ਵਿੱਚ ਉਸਨੇ ਬਹੁਤ ਦੁੱਖ ਤਾਂ ਦੇਖੇ ਹੀ ਸਨ। ਨੀਤੂ ਆਪਣੇ ਪਰਿਵਾਰ ਵਿੱਚ ਇਕਲੌਤੀ ਔਲਾਦ ਸੀ। ਉਸ ਦੇ ਮਾਪਿਆਂ ਨੇ ਉਸ ਨੂੰ ਬਹੁਤ ਨਾਜ਼ਾਂ ਨਾਲ ਪਾਲਿਆ ਸੀ। ਉਸ ਦੀ ਹਰ ਇੱਕ ਖੁਸ਼ੀ ਤੇ ਸ਼ੌਂਕ ਦਾ ਧਿਆਨ ਰੱਖਿਆ ਸੀ। ਉਸ ਦੇ ਪਿਤਾ ਜੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਘਰ ਵਿੱਚ ਉਹ ਹਮੇਸ਼ਾ ਆਪਣੀਆਂ ਸਾਰੀਆਂ ਸਦਰਾਂ ਤੇ ਚਾਅ ਪੂਰੇ ਕਰਦੀ। ਪਰ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਤੋਂ ਬਿਨਾਂ ਗਮ ਤੇ ਦੁੱਖ ਵੀ ਲਿਖੇ ਸੀ ਜੋ ਉਸ ਨੇ ਆਪਣੀ ਜ਼ਿੰਦਗੀ ਵਿੱਚ ਹੰਢਾਉਣੇ ਸੀ। ਨੀਤੂ ਜਦ 18 ਸਾਲਾਂ ਦੀ ਸੀ ਜਦ ਉਸ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਅਚਾਨਕ ਉਸ ਦੇ ਮਾਤਾ ਪਿਤਾ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ। ਨੀਤੂ ਟੁੱਟ ਗਈ ਸੀ। ਉਹ ਇਕੱਲੀ ਰਹਿ ਗਈ ਸੀ। ਉਸ ਦੇ ਪਰਿਵਾਰ ਵਿੱਚ ਸਿਰਫ ਦਾਦੀ ਜੀ ਰਹਿ ਗਏ ਸਨ। ਉਹ ਵੀ ਸਿਹਤ ਪੱਖੋਂ ਜ਼ਿਆਦਾ ਦਰੁਸਤ ਨਹੀਂ ਸਨ। ਇਸ ਤਰ੍ਹਾਂ ਨਾਲ ਉਸ ਦੇ ਰਿਸ਼ਤੇਦਾਰਾਂ ਦੁਆਰਾ ਨੀਤੂ ਦਾ ਵਿਆਹ ਦਿਲਦਾਰ ਨਾਲ ਕਰ ਦਿੱਤਾ। ਨੀਤੂ ਦੇ ਮਾਤਾ ਪਿਤਾ ਦੀ ਮੌਤ ਨੂੰ ਹਲੇ 2 ਮਹੀਨੇ ਹੀ ਹੋਏ ਸਨ ਕਿ ਅਚਾਨਕ ਉਸ ਦੀ ਦਾਦੀ ਜੀ ਦੀ ਤਬੀਅਤ ਖਰਾਬ ਹੋ ਗਈ ਸੀ। ਨੀਤੂ ਦੇ ਮਾਪਿਆਂ ਤੋਂ ਬਾਅਦ ਇੱਕ ਦਾਦੀ ਜੀ ਆਪਣੀ ਸੀ। ਉਹਨਾਂ ਦਾ ਇਲਾਜ ਕਰਵਾਉਣ ਲਈ ਨੀਤੂ ਕੋਲ ਜੋ ਬਚਿਆ ਸੀ ਉਹ ਸਭ ਲਗਾ ਦਿੱਤਾ। ਪਰ ਉਹਨਾਂ ਦੀ ਹਾਲਤ ਵਿੱਚ ਕੁਝ ਜ਼ਿਆਦਾ ਸੁਧਾਰ ਨਾ ਹੋ ਸਕਿਆ। ਨੀਤੂ ਦੇ ਭੂਆ ਜੀ ਨੇ ਆਪਣੀ ਮਾਤਾ ਜੀ ਨਾਲ ਸਲਾਹ ਕਰਕੇ ਨੀਤੂ ਦਾ ਵਿਆਹ ਕਰਵਾ ਦਿੱਤਾ। ਨੀਤੂ ਦੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਉਸ ਦੇ ਦਾਦੀ ਜੀ ਵੀ ਰੱਬ ਨੂੰ ਪਿਆਰੇ ਹੋ ਗਏ। ਨੀਤੂ ਦਾ ਹੁਣ ਉਸ ਦੇ ਪਤੀ ਤੋਂ ਸਿਵਾ ਹੁਣ ਇਸ ਦੁਨੀਆ ਵਿੱਚ ਕੋਈ ਹੋਰ ਨਹੀਂ ਸੀ। ਦਿਲਦਾਰ ਨੇ ਨੀਤੂ ਨੂੰ ਕਦੀ ਵੀ ਦੁਖੀ ਨਹੀਂ ਸੀ ਹੋਣ ਦਿੱਤਾ। ਨੀਤੂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ। ਨੀਤੂ ਦੀ ਸੱਸ ਵੀ ਬਹੁਤ ਚੰਗੀ ਸੀ। ਉਹ ਨੀਤੂ ਦਾ ਬਹੁਤ ਕਰਦੀ ਸੀ। ਫਿਰ ਇੱਕ ਤੋਂ ਬਾਅਦ ਇੱਕ ਕੁੜੀਆਂ ਹੋਣ ਕਾਰਨ ਉਹਦੇ ਸੁਭਾਅ ਵਿੱਚ ਕਾਫੀ ਬਦਲਾਵ ਆ ਗਿਆ ਸੀ। ਨੀਤੂ ਦੀ ਵੱਡੀ ਧੀ ਦਿਲਪ੍ਰੀਤ 7 ਸਾਲ ਦੀ, ਉਸ ਤੋਂ ਛੋਟੀ ਸਹਿਜਪ੍ਰੀਤ 5 ਸਾਲ ਦੀ, ਉਸ ਤੋਂ ਛੋਟੀ ਗੁਰਮਨਪ੍ਰੀਤ ਸੀ। ਨੀਤੂ ਨੂੰ ਆਪਣੀਆਂ ਧੀਆਂ ਨਾਲ ਬਹੁਤ ਪਿਆਰ ਸੀ। ਉਹ ਆਪਣੀਆਂ ਧੀਆਂ ਨੂੰ ਬਹੁਤ ਲਾਡਾਂ ਤੇ ਚਾਵਾਂ ਨਾਲ ਰੱਖਦੀ ਸੀ। ਉਸ ਦੀ ਸੱਸ ਆਪਣੀਆਂ ਪੋਤੀਆਂ ਨੂੰ ਨਫ਼ਰਤ ਕਰਦੀ ਸੀ। ਪਰ ਉਹਦੀ ਪੋਤੇ ਦੀ ਇੱਛਾ ਦੇ ਅੱਗੇ ਉਹ ਇਹਨਾਂ ਨੂੰ ਚਾਹ ਕੇ ਪਿਆਰ ਨਾ ਜਤਾ ਸਕੀ। ਨੀਤੂ ਦੀ ਨਵੀਂ ਜੰਮੀ ਧੀ ਨੇ ਤਾਂ ਇਸ ਘਰ ਵਿੱਚ ਹੋਰ ਵੀ ਦੁੱਖ ਵਧਾ ਦਿੱਤੇ ਸਨ। ਅੱਜ ਤਾਂ ਇਸ ਬਾਰੇ ਸੁਣ ਕੇ ਨੀਤੂ ਦੀ ਸੱਸ ਅੰਬੋ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਮਸਾਂ ਹੀ ਸੰਭਲੀ ਤੇ ਆਪਣਾ ਦੁੱਖੜਾ ਹਰਵੰਸ ਕੌਰ ਨੂੰ ਸੁਣਾਉਣ ਲੱਗ ਪਈ। ਨੀਤੂ ਦਾ ਘਰ ਵਾਲਾ ਦਿਲਦਾਰ ਬਹੁਤ ਸਾਊ ਸੀ। ਉਸ ਨੂੰ ਕੁੜੀਆਂ ਹੋਣ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਉਹ ਤਾਂ ਬਸ ਇਹਨਾਂ ਨੂੰ ਪਿਆਰ ਕਰਦਾ ਸੀ। ਨੀਤੂ ਦੇ ਇਸ ਨਵ ਜੰਮੀ ਧੀ ਦਾ ਕੋਈ ਨਾਮ ਨਹੀਂ ਸੀ ਰੱਖਿਆ। ਦਿਲਦਾਰ ਨੇ ਜਦ ਆਪਣੀ ਧੀ ਨੂੰ ਆਪਣੀ ਗੋਦ ਵਿੱਚ ਚੁੱਕਿਆ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਸਾਰੀ ਕਾਇਨਾਤ ਵਿੱਚੋਂ ਇੱਕ ਗਜ਼ਬ ਦੀ ਮਹਿਕ ਆ ਰਹੀ ਹੋਵੇ। ਦਿਲਦਾਰ ਬੋਲਿਆ, ਮੇਰੀ ਇਸ ਧੀ ਦਾ ਨਾਮ ਮਹਿਕ ਹੋਏਗਾ। ਇਹਨਾਂ ਸੁਣਦੇ ਹੀ ਜਿਵੇਂ ਮਹਿਕ ਮੁਸਕਰਾਉਣ ਲੱਗੀ। ਇਹ ਇੱਕ ਅਜੀਬ ਖੁਸ਼ੀ ਸੀ ਜੋ ਦਿਲਦਾਰ ਨੂੰ ਆਪਣੀ ਧੀ ਨੂੰ ਆਪਣੀ ਗੋਦ ਵਿੱਚ ਲੈ ਕੇ ਤੇ ਮਹਿਕ ਨੂੰ ਆਪਣੇ ਪਿਤਾ ਦੀ ਗੋਦ ਦਾ ਨਿੱਘ ਮਾਣ ਕੇ ਮਿਲੀ। ਨੀਤੂ ਨੂੰ ਇਹ ਸਭ ਦੇਖ ਕੇ ਆਪਣੇ ਮਾਤਾ ਪਿਤਾ ਦੀ ਯਾਦ ਆ ਗਈ ਕਿਉਂਕਿ ਉਹਦੇ ਪਿਤਾ ਜੀ ਉਸ ਨੂੰ ਇੱਦਾਂ ਹੀ ਪਿਆਰ ਕਰਦੇ ਸਨ। ਨੀਤੂ ਨੂੰ ਇਹ ਮਹਿਸੂਸ ਹੋਇਆ ਕਿ ਉਸ ਦਾ ਪਤੀ ਤਾਂ ਉਸ ਦੇ ਸਾਥ ਹੈ
ਇਹ ਦੇਖ ਕੇ ਨੀਤੂ ਖੁਸ਼ ਹੋ ਗਈ ਸੀ, ਪਰ ਨੀਤੂ ਨੂੰ ਅੰਬੋ ਦੀਆਂ ਗੱਲਾਂ ਸਾਫ਼-ਸਾਫ਼ ਸੁਣਾਈ ਦੇ ਰਹੀਆਂ ਸਨ। ਨੀਤੂ ਨੇ ਆਪਣੀਆਂ ਚਾਰਾਂ ਬੇਟੀਆਂ ਨੂੰ ਪਿਆਰ ਦੀ ਨਿਗਾਹ ਨਾਲ ਦੇਖਿਆ ਸੀ। ਹੁਣ ਦਿਲਦਾਰ ਆਪਣੀ ਨਵਜੰਮੀ ਧੀ ਨੂੰ ਪਿਆਰ ਜਤਾ ਰਿਹਾ ਸੀ। ਅੰਬੋ ਹੌਲੀ-ਹੌਲੀ ਰੋਟੀ ਟੁੱਕ ਕਰਨ ਲੱਗ ਪਈ ਸੀ। ਉਸ ਨੂੰ ਚੁੱਲ੍ਹਾ ਚੌਂਕਿਆਂ ਛੱਡਿਆ ਬਹੁਤ ਸਮਾਂ ਹੋ ਗਿਆ ਸੀ, ਪਰ ਹੁਣ ਉਹ ਔਖਾ ਸੌਖਾ ਚੁੱਲ੍ਹਾ ਚੌਂਕਾ ਕਰ ਰਹੀ ਸੀ। ਅੰਬੋ ਭਾਵੇਂ ਇੰਨੀ ਉਮਰ ਦੀ ਨਹੀਂ ਸੀ, ਪਰ ਉਸਨੇ ਆਪਣੀਆਂ ਪੋਤੀਆਂ ਨੂੰ ਹਮੇਸ਼ਾ ਦੁੱਖ ਦੀ ਨਿਗਾਹ ਨਾਲ ਹੀ ਦੇਖਿਆ। ਅੰਬੋ ਰਾਤ ਨੂੰ ਨੀਤੂ ਦੇ ਕੋਲ ਜਾਂਦੀ ਹੈ। ਨੀਤੂ ਸੋ ਰਹੀ ਹੁੰਦੀ ਹੈ। ਉਹ ਜਾ ਕੇ ਨੀਤੂ ਨੂੰ ਦੇਖਦੀ ਆ। ਉਸ ਕੋਲ ਨਿੱਕੀ ਜਿਹੀ ਬੱਚੀ ਪਈ ਹੈ। ਅੰਬੋ ਆਪਣੀ ਨਵਜੰਮੀ ਪੋਤੀ ਨੂੰ ਦੇਖਦੀ ਹੈ। ਮਹਿਕ ਆਪਣੀ ਦਾਦੀ ਅੰਬੋ ਨੂੰ ਦੇਖ ਕੇ ਮੁਸਕਰਾਉਣ ਲੱਗ ਜਾਂਦੀ ਹੈ। ਇਹ ਮੁਸਕਰਾਹਟ ਦੇਖ ਕੇ ਅੰਬੋ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਹਨ। ਹੁਣ ਅੰਬੋ ਤੋਂ ਰਹਿ ਨਾ ਹੋਇਆ। ਉਹ ਮਹਿਕ ਨੂੰ ਚੱਕ ਲੈਂਦੀ ਹੈ। ਇੰਨੇ ਨੂੰ ਨੀਤੂ ਦੀ ਅੱਖ ਖੁੱਲ੍ਹ ਜਾਂਦੀ ਹੈ। ਉਹ ਇੱਕਦਮ ਅੰਬੋ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ। ਅੰਬੋ ਨੀਤੂ ਨੂੰ ਪਿਆਰ ਨਾਲ ਉਸਦਾ ਹਾਲ ਚਾਲ ਪੁੱਛਦੀ ਆ। ਉਹ ਨੀਤੂ ਨੂੰ ਖਾਣਾ ਖਵਾ ਦਿੰਦੀ ਹੈ। ਦਿਲਦਾਰ ਘਰ ਤੋਂ ਬਾਹਰ ਗਿਆ ਹੋਇਆ ਸੀ। ਅੰਬੋ ਨੇ ਆਪਣੀਆਂ ਤਿੰਨਾਂ ਪੋਤੀਆਂ ਨੂੰ ਬੁਲਾਇਆ ਤੇ ਖਾਣਾ ਖਾਣ ਲਈ ਕਿਹਾ, ਪਰ ਉਹਨਾਂ ਨੇ ਮਨਾ ਕਰ ਦਿੱਤਾ ਕਿਉਂਕਿ ਉਹ ਆਪਣੀ ਦਾਦੀ ਤੋਂ ਡਰਦੀਆਂ ਸਨ। ਦਿਲਦਾਰ ਆ ਕੇ ਆਪਣੀਆਂ ਬੱਚੀਆਂ ਨੂੰ ਖਾਣਾ ਖਵਾ ਦਿੰਦਾ ਹੈ। ਅੰਬੋ ਵੀ ਰਾਤ ਨੂੰ ਨੀਤੂ ਦੇ ਕੋਲ ਹੀ ਪੈ ਜਾਂਦੀ ਆ। ਉਹ ਸਾਰੀ ਰਾਤ ਨੀਤੂ ਤੇ ਮਹਿਕ ਦਾ ਧਿਆਨ ਰੱਖਦੀ ਹੈ। ਨੀਤੂ ਨੂੰ ਹੁਣ ਅੰਬੋ ਪਹਿਲਾਂ ਵਰਗੀ ਲੱਗਦੀ ਸੀ। ਇਹ ਉਹੀ ਅੰਬੋ ਸੀ ਜਿਸ ਨੇ ਵਿਆਹ ਸਮੇਂ ਨੀਤੂ ਨੂੰ ਧੀ ਬਣਾ ਕੇ ਅਪਣਾਇਆ ਸੀ। ਅੱਜ ਉਹ ਇੱਕਦਮ ਬਦਲ ਗਈ ਸੀ। ਅੰਬੋ ਸਵੇਰ ਨੂੰ ਉੱਠੀ ਤੇ ਚੁੱਲ੍ਹੇ ਚੌਂਕੇ ਦਾ ਕੰਮ ਕਰਨ ਲੱਗੀ। ਅੰਬੋ ਦੀ ਵੱਡੀ ਪੋਤੀ ਦਿਲਪ੍ਰੀਤ, ਜੋ ਕਿ 7 ਸਾਲ ਦੀ ਸੀ, ਉਹ ਆ ਕੇ ਆਪਣੀ ਦਾਦੀ ਕੋਲ ਖੜ ਗਈ। ਦਾਦੀ ਜੀ ਨੂੰ ਤੱਕਦੀ ਜਾ ਰਹੀ ਸੀ। ਦਾਦੀ ਇੱਕਦਮ ਬੋਲੇ, ਕੀ ਹੋਇਆ, ਇੱਥੇ ਕਿਉਂ ਖੜੀ ਆ? ਮੈਂ ਵੀ ਤੁਹਾਡੇ ਨਾਲ ਕੋਈ ਕੰਮ ਕਰਵਾ ਦੇਵਾਂ ਬੀਬੀ ਜੀ? ਦਿਲਪ੍ਰੀਤ ਨੇ ਅੰਬੋ ਨੂੰ ਭੋਲੇ ਜਿਹੇ ਚਿਹਰੇ ਨਾਲ ਕਿਹਾ। ਅੰਬੋ ਉਹਦੀ ਗੱਲ ਸੁਣ ਕੇ ਮੁਸਕਰਾਈ ਤੇ ਆਪਣੇ ਕੰਮ ਵਿੱਚ ਲੱਗੀ ਰਹੀ। ਪਿੱਛੇ ਦਿਲਦਾਰ ਨੇ ਸਭ ਸੁਣ ਲਿਆ ਸੀ। ਉਹ ਵੀ ਆਪਣੀ ਧੀ ਦੀ ਇਸ ਭੋਲੀ ਜਿਹੀ ਗੱਲ ਤੇ ਹੱਸ ਰਿਹਾ ਸੀ। ਦਿਲਪ੍ਰੀਤ ਨੇ ਹੱਥ ਵਿੱਚ ਝਾੜੂ ਚੱਕ ਲਿਆ ਤੇ ਵਿਹੜੇ ਵਿੱਚ ਝਾੜੂ ਫੇਰਨ ਲੱਗੀ। ਦਿਲਦਾਰ ਨੇ ਮਜ਼ਾਕ ਵਿੱਚ ਦਿਲਪ੍ਰੀਤ ਨੂੰ ਝਾੜੂ ਵੱਲ ਇਸ਼ਾਰਾ ਕਰਕੇ ਕਿਹਾ, ਪਹਿਲਾਂ ਇਹਦੇ ਜਿੱਡੀ ਹੋ ਤਾਂ ਜਾ, ਫਿਰ ਇਹਨੂੰ ਵਰਤਣਾ ਵੀ ਸਿਖਾ ਦੇਵਾਂਗੇ ਪੁੱਤਰ ਜੀ। ਅੰਬੋ ਚੁੱਲ੍ਹੇ ਤੇ ਰੋਟੀ ਟੁੱਕ ਬਣਾ ਰਹੀ ਸੀ। ਦਿਲਪ੍ਰੀਤ ਉੱਥੇ ਹੀ ਝਾੜੂ ਫੇਰੀ ਜਾ ਰਹੀ ਸੀ। ਦਿਲਦਾਰ ਨਹਾ ਕੇ ਮੰਜੇ ਤੇ ਬੈਠ ਜਾਂਦਾ ਹੈ। ਦਿਲਪ੍ਰੀਤ ਝੱਟ ਉਸ ਨੂੰ ਚਾਹ ਦੇਣ ਲਈ ਗਲਾਸ ਚੁੱਕ ਲੈਂਦੀ ਹੈ। ਦਿਲਦਾਰ ਤੇ ਅੰਬੋ ਹੱਸਣ ਲੱਗ ਜਾਂਦੇ ਹਨ। ਉਹ ਇਹ ਦੇਖ ਕੇ ਹੈਰਾਨ ਸਨ ਕਿ 7 ਸਾਲਾਂ ਦੀ ਦਿਲਪ੍ਰੀਤ ਆਪਣੀ ਮਾਂ ਨੀਤੂ ਦੀਆਂ ਰੀਸਾਂ ਕਰ ਰਹੀ ਸੀ। ਬਿਲਕੁਲ ਉਸੇ ਤਰ੍ਹਾਂ ਭੱਜ ਰਹੀ ਸੀ, ਪਰ ਉਹ ਹਲੇ ਆਪਣੀ ਮਾਂ ਵਾਂਗ ਨਹੀਂ ਸੀ ਬਣ ਸਕਦੀ। ਅੰਬੋ ਗਲਾਸ ਵਿੱਚ ਚਾਹ ਪਾ ਦਿੰਦੀ ਆ। ਦਿਲਪ੍ਰੀਤ ਦਿਲਦਾਰ ਨੂੰ ਚਾਹ ਦੇ ਦਿੰਦੀ ਹੈ। ਦਿਲਦਾਰ ਹੱਸ ਕੇ ਚਾਹ ਫੜ ਲੈਂਦਾ ਤੇ ਛੋਟੀ ਦਿਲਪ੍ਰੀਤ ਨੂੰ ਦੇਖਦਾ ਹੈ। ਉਹ ਅੰਦਰ ਨੀਤੂ ਕੋਲ ਚਲਾ ਜਾਂਦਾ ਹੈ। ਅੰਬੋ ਨੀਤੂ ਨੂੰ ਖਾਣਾ ਦੇਣ ਲਈ ਦਿਲਦਾਰ ਨੂੰ ਆਵਾਜ਼ ਮਾਰਦੀ ਹੈ, ਪਰ ਦਿਲਪ੍ਰੀਤ ਆਪਣੀ ਦਾਦੀ ਤੋਂ ਪਲੇਟ ਫੜ ਕੇ ਲਿਜਾ ਕੇ ਆਪਣੀ ਮੰਮੀ ਨੂੰ ਦੇਣ ਚਲੀ ਜਾਂਦੀ ਹੈ। ਨੀਤੂ ਤੇ ਦਿਲਦਾਰ ਉਸ ਨੂੰ ਦੇਖ ਕੇ ਹੱਸਣ ਲੱਗਦੇ ਹਨ। ਮਹਿਕ ਵੀ ਮੁਸਕਰਾ ਰਹੀ ਹੁੰਦੀ ਆ। ਇੱਕ ਦਿਨ ਨੀਤੂ ਨੇ ਅੰਬੋ ਨੂੰ ਕਿਹਾ ਕਿ ਮਾਂ ਜੀ, ਤੁਸੀਂ ਮੈਨੂੰ ਬਹੁਤ ਪਿਆਰ ਕਰਦੇ, ਮੈਨੂੰ ਪਤਾ, ਪਰ ਮੈਂ ਤੁਹਾਨੂੰ ਪੋਤਾ ਦੇ ਮੂੰਹ ਨਹੀਂ ਵਿਖਾ ਸਕੀ। ਤੁਸੀਂ ਮੇਰੀ ਧੀ ਮਹਿਕ ਨਾਲ ਹੀ ਆਪਣੇ ਪੋਤੇ ਦੀ ਖੁਸ਼ੀ ਮਨਾ ਲਓ, ਕਿਉਂਕਿ ਮੈਨੂੰ ਤਾਂ ਮੇਰੀਆਂ ਸਾਰੀਆਂ ਬੱਚੀਆਂ 'ਚ ਕੋਈ ਫਰਕ ਨਹੀਂ ਹੈ, ਪਰ ਤੁਹਾਡਾ ਪਿਆਰ ਮਹਿਕ ਨਾਲ ਜ਼ਿਆਦਾ ਹੈ। ਅੰਬੋ ਨੇ ਅੱਖਾਂ ਭਰ ਲਈਆਂ ਤੇ ਨੀਤੂ ਨੂੰ ਹਾਂ ਵਿੱਚ ਸਿਰ ਹਿਲਾ ਦਿੱਤਾ। ਕੁਝ ਸਮੇਂ ਬਾਅਦ ਲੋਹੜੀ ਆਈ। ਇਸ ਸਮੇਂ ਮਹਿਕ ਕੋਈ 4-5 ਮਹੀਨੇ ਦੀ ਸੀ। ਦਾਦੀ ਨੇ ਆਪਣੇ ਮਨ ਨੂੰ ਸਮਝਾ ਲਿਆ। ਦਾਦੀ ਨੂੰ ਤਾਂ ਮਹਿਕ ਪਹਿਲਾਂ ਹੀ ਪੁੱਤਰਾਂ ਵਾਂਗ ਲੱਗਦੀ ਸੀ। ਲੋਹੜੀ ਦਾ ਦਿਨ ਸੀ। ਘਰ ਵਿੱਚ ਜਸ਼ਨ ਰੱਖਿਆ ਗਿਆ ਸੀ। ਜਸ਼ਨ ਵਿੱਚ ਬਹੁਤ ਲੋਕ ਸਨ, ਪਰ ਨੀਤੂ ਨੂੰ ਆਪਣੇ ਪਰਿਵਾਰ ਦੀ ਬਹੁਤ ਯਾਦ ਆ ਰਹੀ ਸੀ। ਉਹ ਰੋਣ ਲੱਗ ਗਈ ਸੀ। ਅੰਬੋ ਨੇ ਉਸ ਨੂੰ ਸਮਝਾਇਆ ਕਿ ਹੁਣ ਇਹ ਸਾਰਾ ਪਰਿਵਾਰ ਵੀ ਤੇਰਾ ਹੀ ਹੈ। ਅੰਬੋ ਨੇ ਨੀਤੂ ਨੂੰ ਆਪਣੀ ਧੀ ਹੀ ਬਣਾ ਕੇ ਰੱਖਿਆ ਹੋਇਆ ਸੀ। ਉਸ ਨੂੰ ਗਿਲਾ ਨੀਤੂ ਨਾਲ ਨਹੀਂ ਸੀ, ਆਪਣੀਆਂ ਪੋਤੀਆਂ ਨਾਲ ਸੀ। ਸਾਰੇ ਜਣੇ ਇਹ ਸੋਚ ਕੇ ਹੈਰਾਨ ਸੀ ਵੀ ਅੰਬੋ, ਜਿਹੜੀ ਕੱਲ੍ਹ ਤੱਕ ਆਪਣੀਆਂ ਪੋਤੀਆਂ ਵੱਲ ਦੇਖਦੀ ਨਹੀਂ ਸੀ, ਅੱਜ ਉਹ ਆਪਣੀ ਪੋਤੀ ਦੀ ਲੋਹੜੀ ਮਨਾ ਰਹੀ ਹੈ। ਪਰ ਇਹ ਸੱਚ ਸੀ, ਕਿਉਂਕਿ ਅੰਬੋ ਨੂੰ ਸਮਝ ਆ ਗਈ ਸੀ ਕਿ ਹੁਣ ਤਾਂ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਸਮਾਂ ਬੀਤਦਾ ਗਿਆ। ਅੰਬੋ ਦੀਆਂ ਪੋਤੀਆਂ ਵੱਡੀਆਂ ਹੋ ਗਈਆਂ ਸਨ। ਦਿਲਦਾਰ ਤੇ ਨੀਤੂ ਤੋਂ ਜਿੰਨਾ ਹੁੰਦਾ ਸੀ, ਉਹ ਦੋਵੇਂ ਜਣੇ ਕਰੀ ਜਾਂਦੇ ਸਨ।
ਅੰਬੋ ਹੁਣ ਕਾਫੀ ਬਿਰਧ ਹੋ ਚੁੱਕੀ ਸੀ। ਨੀਤੂ ਤੇ ਦਿਲਦਾਰ ਨੇ ਆਪਣੀਆਂ ਵੱਡੀਆਂ ਧੀਆਂ ਦਿਲਪ੍ਰੀਤ ਤੇ ਸਹਿਜਪ੍ਰੀਤ ਦੋਵਾਂ ਦਾ ਵਿਆਹ ਇੱਕੋ ਘਰ ਕੀਤਾ ਸੀ। ਵੱਡੇ ਗੁਰਮਨ ਤੇ ਮਹਿਕ ਦੋਵੇਂ ਪੜ੍ਹਨ ਵਿੱਚ ਬਹੁਤ ਤੇਜ਼ ਸਨ, ਇਸ ਲਈ ਗੁਰਮਨ ਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਉਹ ਆਪਣੇ ਪੈਰਾਂ ਤੇ ਖੜੀ ਹੋ ਗਈ ਸੀ। ਹੁਣ ਮਹਿਕ ਸੀ ਜੋ ਪੜ੍ਹ ਵੀ ਰਹੀ ਸੀ ਤੇ ਆਪਣੇ ਭਵਿੱਖ ਦੀ ਤਿਆਰੀ ਵੀ ਕਰ ਰਹੀ ਸੀ। ਮਹਿਕ ਨੇ 12ਵੀਂ ਜਮਾਤ ਤੋਂ ਅੱਗੇ ਦੀ ਪੜ੍ਹਾਈ ਹੋਸਟਲ ਵਿੱਚ ਰਹਿ ਕੇ ਕਰ ਰਹੀ ਸੀ। ਮਹਿਕ ਕਦੇ ਹੀ ਘਰ ਆਉਂਦੀ। ਅੰਬੋ ਮਹਿਕ ਨੂੰ ਮਿਲਣ ਦੀ ਜਿੱਦ ਕਰਦੀ ਰਹਿੰਦੀ। ਮਹਿਕ ਅੰਬੋ ਦੀ ਲਾਡਲੀ ਪੋਤੀ ਸੀ। ਸਾਰੇ ਪਿੰਡ ਵਿੱਚ ਮਹਿਕ ਤੇ ਉਸ ਦੀਆਂ ਭੈਣਾਂ ਨੂੰ ਅੰਬੋ ਦੀਆਂ ਪੋਤੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸਾਰੇ ਦਿਲਦਾਰ ਤੇ ਨੀਤੂ ਦੀਆਂ ਧੀਆਂ ਦੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ। ਸਾਰੇ ਪਿੰਡ ਨੂੰ ਹੀ ਇਹਨਾਂ ਧੀਆਂ ਉੱਪਰ ਮਾਣ ਸੀ, ਕਿਉਂਕਿ ਮਹਿਕ ਦੀਆਂ ਵੱਡੀਆਂ ਭੈਣਾਂ ਵੀ ਬਹੁਤ ਚੰਗੀਆਂ ਸਨ। ਅੰਬੋ ਬਾਹਰ ਜਦ ਆਪਣੀਆਂ ਪੋਤੀਆਂ ਦੀਆਂ ਸਿਫਤਾਂ ਸੁਣਦੀ ਤਾਂ ਉਹ ਬਹੁਤ ਮਾਣ ਮਹਿਸੂਸ ਕਰਦੀ ਸੀ। ਮਹਿਕ ਵੀ ਆਪਣੀ ਦਾਦੀ ਉੱਪਰ ਜਾਨ ਵਾਰਦੀ ਸੀ। ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਸੀ। ਸਮਾਂ ਬੀਤਦਾ ਗਿਆ। ਮਹਿਕ ਹੁਣ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਈ ਸੀ। ਦਿਲਦਾਰ ਨੂੰ ਪਿੰਡ ਦਾ ਸਰਪੰਚ ਬਣਾ ਦਿੱਤਾ ਗਿਆ। ਮਹਿਕ ਦੀ ਵੱਡੀ ਭੈਣ ਗੁਰਮਨ ਦਾ ਵਿਆਹ ਕਰ ਦਿੱਤਾ ਗਿਆ। ਮਹਿਕ ਨੇ ਆਪਣੇ ਪਰਿਵਾਰ ਨਾਲ ਰਹਿਣ ਦਾ ਫੈਸਲਾ ਕੀਤਾ। ਮਹਿਕ ਆਪਣੇ ਘਰ ਦੀ ਜ਼ਿੰਮੇਵਾਰੀ ਇੱਕ ਪੁੱਤਰ ਵਾਂਗ ਨਿਭਾ ਰਹੀ ਸੀ। ਅੰਬੋ ਕਦੀ-ਕਦੀ ਇਹ ਸੋਚਿਆ ਕਰਦੀ ਕਿ ਸ਼ੁਕਰ ਆ ਸਾਡੇ ਘਰ ਪੋਤਾ ਨਹੀਂ, ਕਿਉਂਕਿ ਅੱਜ-ਕੱਲ੍ਹ ਤਾਂ ਪੁੱਤਰਾਂ ਵਾਲੇ ਪਰਿਵਾਰ ਵੀ ਬਿਰਧ ਆਸ਼ਰਮਾਂ ਵਿੱਚ ਧੱਕੇ ਖਾ ਰਹੇ ਹਨ। ਸਾਡੀਆਂ ਧੀਆਂ ਸਾਨੂੰ ਪੁੱਤਰਾਂ ਨਾਲੋਂ ਵੱਧ ਰੱਖਦੀਆਂ ਹਨ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੀ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।